हाँ जी, सत श्री अकाल साਰਿਆਂ ਨੂੰ। एग्जाम प्लस एजुकेशन ਦੇ ਵਿੱਚ ਤੁਹਾਡਾ ਸਵਾਗਤ ਹੈ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਪੰਜਾਬ ਦੇ ਜੋ ਮੋਸਟ ਇੰਪੋਰਟੈਂਟ ਕੁਐਸਚਨ ਨੇ, ਯਾਨੀ ਕਿ ਟੌਪ ਜੀਕੇ ਕੁਐਸਚਨ, ਠੀਕ ਹੈ, ਉਹਨਾਂ ਦੀ ਸੀਰੀਜ਼ ਸਟਾਰਟ ਕੀਤੀ ਹੋਈ ਹੈ, ਜਿਹਦੇ ਵਿੱਚ ਆਪਾਂ 10,000 ਕੁਐਸਚਨ ਡਿਸਕਸ ਕਰਾਂਗੇ। ਠੀਕ ਹੈ, ਇਹਦੇ ਵਿੱਚ ਐਵੇਂ ਨਹੀਂ ਹੈਗਾ ਵੀ ਆਪਾਂ ਕੱਲਾ ਕੁਐਸਚਨ ਪੜ੍ਹਿਆ ਅਤੇ ਉਹਦਾ ਆਨਸਰ ਟਿਕ ਕੀਤਾ, ਐਵੇਂ ਦਾ ਕੁਛ ਨਹੀਂ। ਆਪਾਂ ਸਾਰੇ ਆਪਸ਼ਨਾਂ ਨੂੰ ਡਿਟੇਲ ਦੇ ਵਿੱਚ ਐਕਸਪਲੇਨ ਕਰਦੇ ਹਾਂ ਅਤੇ ਉਹਨਾਂ ਬਾਰੇ ਐਕਸਟਰਾ ਫੈਕਟ ਵੀ ਦੱਸਦੇ ਹਾਂ। ਤਾਂ ਤੁਸੀਂ ਸਾਰਿਆਂ ਨੇ ਇਹ ਵੀਡੀਓ ਨੂੰ ਧਿਆਨ ਨਾਲ ਦੇਖਣਾ ਔਰ ਵੀਡੀਓ ਨੂੰ ਲਾਸਟ ਤੱਕ ਦੇਖਣਾ। ਠੀਕ ਹੈ, ਤਾਂ ਹੁਣ ਆਪਾਂ ਸਟਾਰਟ ਕਰਦੇ ਹਾਂ ਆਪਣਾ ਪਹਿਲਾ ਕੁਐਸਚਨ। ਪਹਿਲਾ ਕੁਐਸਚਨ ਹੈ, ਨਾਮਪੰਥੀ ਹਿੰਦੂ ਧਰਮ ਦੇ ਕਿਹੜੇ ਮਤ ਦੀ ਸ਼ਾਖਾ ਸੀ? ਠੀਕ ਹੈ, ਤਾਂ ਇਹਦਾ ਰਾਈਟ ਆਨਸਰ ਹੈ ਸ਼ੈਵ ਮਤ। ਸ਼ੈਵ ਮਤ ਨਾਮਪੰਥੀ ਜੋ ਹਿੰਦੂ ਧਰਮ ਸੀ, ਉਹ ਮਤ ਦੀ ਸ਼ਾਖਾ ਸੀ ਇੱਕ ਸ਼ੈਵ ਮਤ। ਠੀਕ ਹੈ, ਸ਼ੈਵ ਮਤ ਕੀ ਹੈ? ਜੋ ਸ਼ਿਵ ਭਗਵਾਨ ਨੂੰ ਮੰਨਦੇ ਨੇ ਉਹਨੂੰ ਸ਼ੈਵ ਮਤ ਕਿਹਾ ਜਾਂਦਾ, ਤਾਂ ਉਹ ਨਾਮਪੰਥੀ ਹਿੰਦੂ ਧਰਮ ਦੀ ਇੱਕ ਸ਼ਾਖਾ ਸੀ। ਠੀਕ ਹੈ, ਅਤੇ ਆਪਾਂ ਆਪਸ਼ਨ ਬੀ ਦੀ ਗੱਲ ਕਰੀਏ ਤਾਂ ਵੈਸ਼ਨਵ ਮਤ ਕਿਹੜਾ ਸੀ? ਜਿਹੜੇ ਭਗਵਾਨ ਵਿਸ਼ਨੂੰ ਨੂੰ ਮੰਨਦੇ ਨੇ ਉਹ ਵੈਸ਼ਨਵ ਮਤ ਦੇ ਅਨੁਯਾਈ ਸੀਗੇ। ਠੀਕ ਹੈ, ਤਾਂ ਇਹ ਸੀ, ਤਾਂ ਇਸ ਇਹਦਾ ਰਾਈਟ ਆਨਸਰ ਬਣੇਗਾ ਏ ਆਪਸ਼ਨ, ਯਾਨੀ ਕਿ ਸ਼ੈਵ ਮਤ। ਨੈਕਸਟ ਕੁਐਸਚਨ ਹੈ ਜੀ, ਨਾਮਪੰਥੀ ਨਾਮਕ ਸ਼ਾਖਾ ਦੀ ਸਥਾਪਨਾ ਕਿਸ ਨੇ ਕੀਤੀ ਸੀ? ਤਾਂ ਇਹਦਾ ਰਾਈਟ ਆਨਸਰ ਹੈ ਗੋਰਖਨਾਥ। ਗੋਰਖਨਾਥ ਨੇ ਹੀ ਨਾਮਪੰਥੀ ਜੋ ਨਾਮਕ ਸ਼ਾਖਾ ਸੀ ਉਹਦੀ ਸਥਾਪਨਾ ਕੀਤੀ ਸੀ, ਅਤੇ ਉਹ ਕਿਹੜੇ ਧਰਮ ਦੇ ਨਾਲ ਸੰਬੰਧਿਤ ਸੀ? ਸ਼ੈਵ ਮਤ ਦੇ ਨਾਲ। ਠੀਕ ਹੈ ਜੀ, ਨੈਕਸਟ ਕੁਐਸਚਨ ਆਪਣਾ, ਪੰਜਾਬ ਦੇ ਕਿਹੜੇ ਸੂਬੇਦਾਰ ਦੇ ਬੁਲਾਵੇ 'ਤੇ ਬਾਬਰ ਨੇ ਪੰਜਾਬ 'ਤੇ ਹਮਲੇ ਕੀਤੇ? ਤਾਂ ਇਹਦਾ ਰਾਈਟ ਆਨਸਰ ਹੈ ਦੌਲਤ ਖਾਂ ਲੋਧੀ। ਦੌਲਤ ਖਾਂ ਲੋਧੀ ਜੋ ਉਦੋਂ ਪੰਜਾਬ ਦਾ ਸੂਬੇਦਾਰ ਸੀ, ਔਰ ਇਹ ਅੰਕਲ ਸੀ ਇਬਰਾਹਿਮ ਲੋਧੀ ਦਾ। ਠੀਕ ਹੈ, ਉਹਨੇ ਕੀ ਕੀਤਾ ਸੀ? ਬਾਬਰ ਨੂੰ ਪੰਜਾਬ ਦੇ ਵਿੱਚ ਬੁਲਾਇਆ ਸੀ, ਉਹਨੂੰ ਹਮਲੇ ਕਰਨ ਵਾਸਤੇ। ਠੀਕ ਹੈ, ਔਰ ਜੇ ਆਪਾਂ ਬਾਬਰ ਦੀ ਗੱਲ ਕਰੀਏ ਤਾਂ ਬਾਬਰ ਦੇ 1519 ਤੋਂ ਲੈ ਕੇ 1526 ਤੱਕ 5 ਆਕਰਮਣ ਕੀਤੇ ਸੀਗੇ ਪੰਜਾਬ 'ਤੇ। ਠੀਕ ਹੈ, ਜਿਹਦੇ ਵਿੱਚ 1519 ਦੇ ਵਿੱਚ ਪਹਿਲਾ ਕੀਤਾ ਸੀਗਾ, ਔਰ 1520 ਤੋਂ ਲੈ ਕੇ 1521 ਤੱਕ ਇਹਨੇ 3 ਹਮਲੇ ਕੀਤੇ ਸੀ ਫਿਰ ਪੰਜਾਬ 'ਤੇ, ਔਰ 1526 ਦੇ ਵਿੱਚ ਪਾਣੀਪਤ ਦੀ ਪਹਿਲੀ ਲੜਾਈ ਹੋਈ ਸੀ ਇਬਰਾਹਿਮ ਲੋਧੀ ਨਾਲ। ਠੀਕ ਹੈ ਜੀ, ਤਾਂ ਆਪਾਂ ਦੂਜੇ ਆਪਸ਼ਨ ਦੀ ਗੱਲ ਕਰੀਏ, ਬਹਿਲੋਲ ਲੋਧੀ, ਜਿਹਨੇ ਲੋਧੀ ਵੰਸ਼ ਦੀ ਸਥਾਪਨਾ ਕੀਤੀ ਸੀ। ਠੀਕ ਹੈ ਜੀ, ਔਰ ਲੋਧੀ ਵੰਸ਼ ਕਦੋਂ ਤੋਂ ਕਦੋਂ ਤੱਕ ਚੱਲਿਆ ਸੀ? ਜੋ 1452 ਤੋਂ ਲੈ ਕੇ 1526 ਤੱਕ ਚੱਲਿਆ ਸੀ। 1526 ਤੋਂ ਬਾਅਦ ਬਾਬਰ ਨੇ ਆਪਦਾ ਮੁਗਲ ਜੋ ਸੀਗਾ, ਅਤੇ ਆਪਾਂ ਬਹਿਲੋਲ ਲੋਧੀ ਦੀ ਗੱਲ ਕਰ ਰਹੇ ਸੀ, ਤਾਂ ਇਹਦੇ ਵਿੱਚ ਇਹ ਉਹੀ ਰੂਲਰ ਹੈ ਜਿਹਨੇ ਸਭ ਤੋਂ ਜ਼ਿਆਦਾ ਲੰਬੇ ਸਮੇਂ ਤੱਕ ਆਪਣਾ ਰਾਜ ਸਥਾਪਿਤ ਕਰਕੇ ਰੱਖਿਆ ਸੀ। ਠੀਕ ਹੈ, ਇਹ ਲੋਧੀ ਵੰਸ਼ ਦਾ ਸਥਾਪਕ ਵੀ ਸੀਗਾ, ਔਰ ਇਹਨੇ ਬਹਿਲੋਲੀ ਟਾਈਪ ਦੇ ਕੁਆਇਨ ਵੀ ਇਸ਼ੂ ਕੀਤੇ ਸੀ। ਅਤੇ ਆਪਾਂ ਜੇ ਇਬਰਾਹਿਮ ਲੋਧੀ ਦੀ ਗੱਲ ਕਰੀਏ ਤਾਂ ਇਬਰਾਹਿਮ ਲੋਧੀ ਦੀ ਬਾਬਰ ਨਾਲ ਪਾਣੀਪਤ ਦਾ ਪਹਿਲਾ ਯੁੱਧ ਹੋਇਆ ਸੀ 1526 ਦੇ ਵਿੱਚ, ਜਿਹਦੇ ਵਿੱਚ ਇਬਰਾਹਿਮ ਲੋਧੀ ਦੀ ਡੈਥ ਹੋ ਗਈ ਸੀ, ਔਰ ਬਾਬਰ ਨੇ ਆਪਣਾ ਰਾਜ ਸਥਾਪਿਤ ਕੀਤਾ ਸੀ। ਠੀਕ ਹੈ, ਔਰ ਬਾਬਰ ਨੇ ਪੰਜਾਬ 'ਤੇ 5 ਹਮਲੇ ਕੀਤੇ ਸੀ, ਇਹ ਵੀ ਤੁਸੀਂ ਯਾਦ ਰੱਖਣਾ। ਅਗਰ ਗੱਲ ਕਰੀਏ ਸਿਕੰਦਰ ਲੋਧੀ ਦੀ, ਸਿਕੰਦਰ ਲੋਧੀ ਦਾ ਜੋ ਕਾਰਜਕਾਲ ਸੀਗਾ ਉਹ 1489 ਤੋਂ ਲੈ ਕੇ 1517 ਤੱਕ ਇਹਦਾ ਕਾਰਜਕਾਲ ਰਿਹਾ ਸੀ। ਔਰ ਕੁਐਸਚਨ ਆਉਂਦਾ ਹੁੰਦਾ ਪੇਪਰ ਦੇ ਵਿੱਚ ਵੀ ਕਿਹੜੇ ਸ਼ਾਸਕ ਦੀ ਜੋ ਜਿਹੜਾ ਟੰਬ ਸੀ ਜਾਂ ਮਕਬਰਾ ਸੀ ਉਹ ਔਕਟਾਗੋਨਲ ਦਾ ਸੀਗਾ, ਵੀ ਮਤਲਬ 8 ਭੁਜ ਸੀਗਾ, ਤਾਂ ਉਹ ਹੈ ਸਿਕੰਦਰ ਲੋਧੀ। ਔਰ ਦੂਜਾ ਸ਼ਾਸਕ ਸੀ ਉਹ ਕੌਣ ਸੀ? ਮੁਹੰਮਦ ਸ਼ਾਹ। ਠੀਕ ਹੈ ਜੀ, ਮੁਹੰਮਦ ਸ਼ਾਹ, ਤਾਂ ਇਹ ਦੋਨਾਂ ਦਾ ਔਕਟਾਗੋਨਲ ਟੰਬ ਸੀਗਾ। ਔਰ ਸਿਕੰਦਰ ਲੋਧੀ ਨੇ ਗਜ ਏ ਸਿਕੰਦਰੀ ਨਾਮ ਦਾ ਇੱਕ ਪੈਮਾਨਾ ਜਾਰੀ ਕੀਤਾ ਸੀ, ਜਿਹਦੇ ਵਿੱਚ 30 ਇੰਚ ਹੁੰਦੇ ਸੀ। ਇਹ ਜ਼ਮੀਨਾਂ ਮਾਪਣ ਵਾਸਤੇ ਇੱਕ ਪੈਮਾਨਾ ਸੀ, ਗਜ ਏ ਸਿਕੰਦਰੀ। ਠੀਕ ਹੈ, ਗਜ ਏ ਸਿਕੰਦਰੀ, ਇਹ ਤੁਸੀਂ ਯਾਦ ਰੱਖਣਾ। ਨੈਕਸਟ ਕੁਐਸਚਨ ਹੈ ਜੀ, ਪਾਣੀਪਤ ਦੀ ਪਹਿਲੀ ਲੜਾਈ ਕਦੋਂ ਹੋਈ ਸੀ? ਤਾਂ ਆਪਾਂ ਹੁਣੇ ਡਿਸਕਸ ਕੀਤਾ, ਪਾਣੀਪਤ ਦੀ ਪਹਿਲੀ ਲੜਾਈ ਹੋਈ ਸੀ 1526 ਦੇ ਵਿੱਚ, ਔਰ 1526 ਦੇ ਵਿੱਚ ਪਾਣੀਪਤ ਦੀ ਲੜਾਈ ਕਿਹਦੇ ਵਿੱਚ ਹੋਈ ਸੀ? ਬਾਬਰ ਅਤੇ ਇਬਰਾਹਿਮ ਲੋਧੀ। ਬਾਬਰ ਅਤੇ ਇਬਰਾਹਿਮ ਲੋਧੀ ਦੇ ਵਿੱਚ ਪਾਣੀਪਤ ਦੀ ਪਹਿਲੀ ਲੜਾਈ ਹੋਈ ਸੀ, ਜਿਹਦੇ ਵਿੱਚ ਬਾਬਰ ਦੀ ਜਿੱਤ ਹੋਈ ਸੀ, ਔਰ ਉਸ ਤੋਂ ਬਾਅਦ ਮੁਗਲ ਰਾਜ ਸਥਾਪਿਤ ਕੀਤਾ ਗਿਆ ਸੀ ਬਾਬਰ ਦੁਆਰਾ। ਠੀਕ ਹੈ, ਔਰ ਜੇ ਗੱਲ ਕਰੀਏ ਆਪਾਂ ਬਾਬਰ ਦੇ 12,000 ਸੈਨਿਕ ਸੀ, ਔਰ ਇਬਰਾਹਿਮ ਲੋਧੀ ਦੇ 1 ਲੱਖ ਸੈਨਿਕ ਸੀ। ਪੇਪਰ ਦੇ ਵਿੱਚ ਕੁਐਸਚਨ ਆਇਆ ਹੋਇਆ ਵੀ ਬਾਬਰ ਨੇ ਕਿਹੜੀ ਯੁੱਧ ਨੀਤੀ ਅਪਣਾਈ ਸੀ ਪਾਣੀਪਤ ਦੀ ਪਹਿਲੀ ਲੜਾਈ ਦੇ ਵਿੱਚ? ਤਾਂ ਉਹ ਯੁੱਧ ਨੀਤੀ ਸੀਗੀ ਤੁਲਗਮਾ ਨੀਤੀ। ਠੀਕ ਹੈ, ਜਾਂ ਤੁਲਗਮਾ ਸਟ੍ਰੈਟਜੀ ਬੋਲਦੇ ਆਪਾਂ ਉਹਨੂੰ, ਤਾਂ ਤੁਲਗਮਾ ਸਟ੍ਰੈਟਜੀ ਅਪਣਾਈ ਸੀ, ਜਿਹਦੇ ਵਿੱਚ ਸਭ ਤੋਂ ਪਹਿਲਾਂ ਤੋਪਾਂ ਅਤੇ ਗੋਲੇ ਬਾਰੂਦ ਦਾ ਜੋ ਸਟਾਰਟ ਕੀਤਾ ਸੀ ਇਹਨੇ ਕੰਮ, ਤਾਂ ਉਹ ਬਾਬਰ ਨੇ ਹੀ ਕੀਤਾ ਸੀਗਾ।
ठीक है, ये भी तुसी याद रखना। और पानीपत दीयां 3 लड़ाइयां हुई। पानीपत की पहली लड़ाई हुई सी 1526 ਦੇ ਵਿੱਚ जो बाबर ते इब्राहिम लोधी ਦੇ ਵਿੱਚ ਹੋਈ ਸੀ। ठीक है, दूजी लड़ाई हुई सी 1556 ਦੇ ਵਿੱਚ जो अकबर ਤੇ हेमू ਦੇ ਵਿੱਚ ਹੋਈ ਸੀ। ठीक है, और तीजी लड़ाई हुई सी 1761 ਦੇ ਵਿੱਚ जो अहमद शाह अब्दाली ਤੇ ਮਰਾਠਿਆਂ ਦੇ ਵਿੱਚ ਹੋਈ ਸੀ। ठीक है जी, ये 3 लड़ाइयाँ तुसी याद रखनी। नैक्सट क्वेश्चन है, पानीपत की पहली लड़ाई च लोधी वंश की अगवाई किसने की सी? ठीक है, तो यदा राइट आंसर है, जे आप ऑप्शन की गल तो यदा राइट आंसर है इब्राहिम लोधी, क्योंकि लोधी वंश वालों तो इब्राहिम लोधी ही लड़ रहा सी और दौलत खान लोधी इब्राहिम लोधी का चाचा सी जिन्हें बाबर नूं इत्थे हमला करने लई बुलाया सी। ठीक है, तो ये पानीपत की पहली लड़ाई कदों हुई सी? 1526 ਦੇ ਵਿੱਚ। मैं क्वेश्चन बार बार रिपीट इसलिए कर रहा कि ਤੁਹਾਨੂੰ ਅੱਗੇ ਜਦੋਂ ਵੀ एग्जाम ਆਊਗਾ ਤਾਂ ਤੁਹਾਨੂੰ बार बार बुक ਚੱਕਣ ਦੀ ਲੋੜ ਨਾ ਪਵੇ। ਆਪਾਂ ਇੰਨੇ ਵਾਰ ਰਿਵੀਜ਼ਨ ਕਰ ਲੈਣੀ ਹੈ ਕਿ ਤੁਹਾਡੇ ਇਹ ਉਂਗਲਾਂ ਤੇ ਹੋ ਜਾਣੇ ਆ ਸਾਰੀਆਂ ਚੀਜ਼ਾਂ। ਠੀਕ ਹੈ, ਇੰਨੀ ਰਿਵੀਜ਼ਨ ਕਰ ਲੈਣੀ ਹੈ। ਔਰ ਅਗਰ ਤੁਹਾਨੂੰ ਕੋਈ ਪੁਆਇੰਟ ਨਵਾਂ ਲੱਗਦਾ ਤਾਂ ਤੁਸੀਂ ਉਹਨੂੰ ਕਾਪੀ ਤੇ ਨੋਟ ਵੀ ਕਰਦੇ ਰਹਿਣਾ ਤਾਂ ਕਿ ਜਦੋਂ ਪੇਪਰ ਆਊਗਾ ਨੇੜੇ ਤੁਸੀਂ ਉਹਨੂੰ ਰਿਵੀਜ਼ਨ ਵੀ ਕਰ ਸਕੋ। ਠੀਕ ਹੈ, ਔਰ ਬਾਕੀ ਮੈਂ ਰਿਵੀਜ਼ਨ ਤੁਹਾਡੀ ਕਰਾਉਂਦਾ ਹੀ ਰਹੂੰਗਾ। तो आप सिकंदर लोधी बारे भी पढ़ लिया, दौलत खान लोधी बारे भी पढ़िया तो बहलोल लोधी बारे भी। हुण नैक्सट क्वेश्चन है, पानीपत की पहली लड़ाई च मुगल वंश की अगवाई किसने की सी? तो मुगलों वालों कौन लड़ रहा सी? तो यदा राइट आंसर है बाबर। बाबर लड़ रहा सी 1526 ਦੇ ਵਿੱਚ पानीपत की पहली लड़ाई ਦੇ ਵਿੱਚ और इन्हें तुगलमा स्ट्रैटजी अपनाई सी। ठीक है, पानीपत की पहली लड़ाई ਦੇ ਵਿੱਚ जो हुई सी 1526 ਦੇ ਵਿੱਚ ਜਿਹਦੇ ਵਿੱਚ इब्राहिम लोधी की हार हुई सी। ठीक है जी, नैक्सट क्वेश्चन, अज सारे पानीपत की लड़ाई की क्वेश्चन ने। पानीपत की पहली लड़ाई जेतू कौन रहा सी? तो यदा राइट आंसर है बाबर। बाबर ही जित्या सी, जिस तो बाद लोधी वंश जो कि खत्म हो गया सी और लोधी वंश के खत्म होने करके मुगल वंश स्थापित किया गया सीगा। ठीक है, ये भी तुसी याद रखना है। तो यदा राइट आंसर होगा बाबर। नैक्सट क्वेश्चन है, आप सही मिलान करना इन्हां चों। पहला लड़ाई है तराइन की पहली लड़ाई, ये कदों हुई सी? ठीक है, फिर पानीपत की पहली लड़ाई, पानीपत की दूजी लड़ाई और पानीपत की तीजी लड़ाई। आप गल करिए पानीपत तराइन की पहली लड़ाई। तराइन एक जो कि करनाल दे विच पैंदा है। ठीक है, करनाल दे विच एक जगह करनाल दे विच जो हरियाणे दे विच है, उत्थे तराइन बोलिया जाता। पहला उहनूं तरावड़ी बोलिया जाता सी, हुण उहनूं तराइन के नाम नाल जाणिया जाता है। जे आप गल करिए तराइन की पहली लड़ाई जो कि 1191 ਦੇ ਵਿੱਚ ਹੋਈ ਸੀ, ਉਹ ਹੋਈ ਸੀ ਮੁਹੰਮਦ ਗੋਰੀ ਤੇ ਪ੍ਰਿਥਵੀਰਾਜ ਚੌਹਾਨ ਦੇ ਵਿੱਚ। ਪ੍ਰਿਥਵੀਰਾਜ ਚੌਹਾਨ ਦੀ ਪਹਿਲੀ ਲੜਾਈ ਦੇ ਵਿੱਚ ਜਿੱਤ ਹੋਈ ਸੀ ਔਰ ਮੁਹੰਮਦ ਗੋਰੀ ਹਾਰ ਗਿਆ ਸੀ। ਫਿਰ ਹੋਈ ਸੀ 1192 ਦੇ ਵਿੱਚ ਦੂਜੀ ਲੜਾਈ, ਉਹ ਵੀ ਮੁਹੰਮਦ ਗੋਰੀ ਤੇ ਪ੍ਰਿਥਵੀਰਾਜ ਚੌਹਾਨ ਦੇ ਵਿੱਚ ਹੋਈ ਸੀ, ਜਿਹਦੇ ਵਿੱਚ ਮੁਹੰਮਦ ਗੋਰੀ ਦੀ ਜਿੱਤ ਹੋਈ ਸੀ ਔਰ ਪ੍ਰਿਥਵੀਰਾਜ ਚੌਹਾਨ ਹਾਰ ਗਿਆ ਸੀ। ਪ੍ਰਿਥਵੀਰਾਜ ਚੌਹਾਨ ਨਾਰਥ ਵੰਸ਼ ਦਾ ਰੂਲਰ ਸੀਗਾ। ਠੀਕ ਹੈ, ਤਾਂ ਇਹਦਾ ਇੱਕ ਕੋਟ ਪੋਇਟ ਸੀਗਾ, ਤਾਂ ਉਹ ਕੌਣ ਸੀ? ਪ੍ਰਿਥਵੀਰਾਜ ਚੰਦਰ ਬਰਦਾਈ। ठीक है, जिन्हें बुक लिखी सी पृथ्वीराज रासो। ठीक है, ਉਹਦੇ ਵਿੱਚ ਤਰਾइन ਦੀ ਪਹਿਲੀ लड़ाई ਤੇ ਦੂਜੀ लड़ाई ਦਾ ਵਰਣਨ ਕੀਤਾ ਗਿਆ। ਜੇ ਆਪਾਂ ਗੱਲ ਕਰੀਏ ਤਰਾइन ਦੀ ਤੀਜੀ लड़ाई ਦੀ ਜੋ ਹੋਈ ਸੀ 1215 ਦੇ ਵਿੱਚ, ਜਿਹੜੀ ਹੋਈ ਸੀ ਇਲਤੁਤਮਿਸ਼ ਦੇ ਵਿੱਚ ਤੇ ਜਲਦੋਜ ਦੇ ਵਿੱਚ। ਠੀਕ ਹੈ, ਇਲਤੁਤਮਿਸ਼ ਜਿਹਦੇ ਵਿੱਚ ਜਿੱਤ ਗਿਆ ਸੀ ਔਰ ਜਲਦੋਜ ਹਾਰ ਗਿਆ ਸੀਗਾ। ਇਹ ਤਰਾइन ਦੀ ਤੀਜੀ ਲੜਾਈ ਸੀ 1215 ਦੇ ਵਿੱਚ। ਔਰ ਇਲਤੁਤਮਿਸ਼ ਹੀ ਉਹੀ ਪਰਸਨ ਹੈ ਜਿਹਨੂੰ ਸਲੇਵ ਆਫ ਸਲੇਵ ਕਿਹਾ ਜਾਂਦਾ ਹੈ। और इन्हें 1229 ਦੇ ਵਿੱਚ ਕੁਤਬਦੀਨ जो कुतुब मीनार सी कुतुबदीन ऐबक ने बनाई सी, तो ਉਹਦੀ कंप्लीशन किने करवाई सी? इल्तुतमिश ने। ठीक है, और ये पहला सुल्तान सी जिन्हों सुल्तान की उपाधि मिली सी, जो बगदाद के खलीफा सी उन्होंने दी सी। ठीक है, ये भी तुसी याद रखना है। तो हुण आपां गल करिए पानीपत की पहली लड़ाई, वो हुई सी 1526 ਦੇ ਵਿੱਚ बाबर ते इब्राहिम लोधी ਦੇ ਵਿੱਚ। दूजी लड़ाई हुई सी 1556 ਦੇ ਵਿੱਚ ਜਿਹੜੀ अकबर ते हेमू ਦੇ ਵਿੱਚ ਹੋਈ ਸੀ। और तीजी लड़ाई हुई सी 1761 ਦੇ ਵਿੱਚ जो अहमद शाह अब्दाली ते मराठिਆਂ ਵਿੱਚ ਹੋਈ ਸੀ। ठीक है जी, हुण आपां सही मिलान करिए तो तराइन की पहली लड़ाई 1191 यानी कि ऑप्शन ई। ठीक है, पानीपत की पहली लड़ाई 1526 यानी कि ऑप्शन ओ। ठीक है, और पानीपत की दूजी लड़ाई ऑप्शन ए, और पानीपत की तीजी लड़ाई 1761 ਦੇ ਵਿੱਚ। तो ਇਹਦਾ राइट आंसर बनेगा की बनता देख लो। ਉਹ पहला ਇਹਦਾ आया ई 1191, फिर आया ਉਹ। ठीक है, ਇਹਦਾ बी ऑप्शन राइट आंसर बनेगा। ठीक है जी, तो नेक्स्ट क्वेश्चन है
ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰ ਤੋਪਖਾਨੇ ਦਾ ਇਸਤੇਮਾਲ ਕਿਹੜੇ ਯੁੱਧ ਵਿੱਚ ਕੀਤਾ ਗਿਆ ਸੀ? ਤਾਂ ਮੈਂ ਤੁਹਾਨੂੰ ਉੱਪਰਲੇ ਕੁਐਸਚਨ ਵਿੱਚ ਹੀ ਦੱਸਿਆ ਸੀ ਕਿ ਸਭ ਤੋਂ ਪਹਿਲਾਂ ਤੋਪਖਾਨੇ ਜਾਂ ਗੋਲੇ ਬਰੂਦ ਕੌਣ ਲੈ ਕੇ ਆਇਆ ਸੀ? ਤਾਂ ਉਹ ਲੈ ਕੇ ਆਇਆ ਸੀ ਬਾਬਰ। ਔਰ ਜੋ ਪਾਣੀਪਤ ਦੀ ਪਹਿਲੀ ਲੜਾਈ ਹੋਈ ਸੀ 1526 ਦੇ ਵਿੱਚ, ਠੀਕ ਹੈ, ਉਦੋਂ ਤੋਂ ਹੀ ਗੋਲੇ ਬਰੂਦ ਦਾ ਇਸਤੇਮਾਲ ਕਰਨਾ ਸ਼ੁਰੂ ਕੀਤਾ ਗਿਆ ਸੀ। ਤਾਂ ਇਸੇ ਲਈ ਇਹਦਾ ਰਾਈਟ ਆਨਸਰ ਹੋਵੇਗਾ ਪਾਣੀਪਤ ਦੀ ਪਹਿਲੀ ਲੜਾਈ, ਠੀਕ ਹੈ। ਔਰ ਆਪਾਂ ਦੋਨੇ ਆਪਸ਼ਨ ਡਿਸਕਸ ਕਰ ਲਿਆ, ਬਾਰ-ਬਾਰ ਆਪਸ਼ਨ ਡਿਸਕਸ ਨਹੀਂ ਕਰਾਂਗੇ। ਤਾਂ ਆਪਾਂ ਜੇ ਗੱਲ ਕਰੀਏ ਕੁਰੂ ਦਾ ਯੁੱਧ, ਇਹਨੂੰ ਬੈਟਲ ਆਫ ਹਾਈਡੇਪਸ ਵੀ ਬੋਲਿਆ ਜਾਂਦਾ ਹੈ। ਹਾਈਡੇਪਸ ਜੋ ਕਿ ਇੱਕ ਪ੍ਰਾਚੀਨ ਨਾਮ ਹੈ ਜਿਹਲਮ ਨਦੀ ਦਾ, ਠੀਕ ਹੈ। ਇੱਥੇ ਯੁੱਧ ਹੋਇਆ ਸੀ ਸਿਕੰਦਰ ਔਰ ਦੂਜਾ ਰਾਜਾ ਸੀ ਪੋਰਸ, ਜਿਹਦੇ ਵਿੱਚ ਸਿਕੰਦਰ ਦੀ ਜਿੱਤ ਹੋਈ ਸੀ, ਠੀਕ ਹੈ। ਤਾਂ ਇਹਨੂੰ ਬੈਟਲ ਆਫ ਹਾਈਡੇਪਸ ਵੀ ਬੋਲਿਆ ਜਾਂਦਾ ਔਰ ਕੁਰੂ ਦਾ ਯੁੱਧ ਵੀ ਬੋਲਿਆ ਜਾਂਦਾ ਹੈ। ਤਾਂ ਇਹ ਸੀ ਅੱਜ ਦੇ ਕੁਐਸਚਨ। ਅਗਰ ਤੁਹਾਨੂੰ ਵੀਡੀਓ ਪਸੰਦ ਆਈ ਹੈ ਤਾਂ ਵੀਡੀਓ ਨੂੰ ਲਾਈਕ ਕਰਿਓ ਔਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਿਓ। ਤਾਂ ਆਪਣੇ ਡੇਲੀ 6 ਵਜੇ ਕਲਾਸ ਹੁੰਦੀ ਹੈ, ਤਾਂ ਤੁਸੀਂ ਇਸ ਕਲਾਸ ਨੂੰ ਦੇਖਣਾ ਨਾ ਭੁੱਲਣਾ, ਡੇਲੀ ਸ਼ਾਮ ਨੂੰ 6 ਵਜੇ, ਠੀਕ ਹੈ ਜੀ। ਤਾਂ ਅੱਜ ਲਈ ਇੰਨਾ ਹੀ, ਧੰਨਵਾਦ।